सतनाम वाहेगुरु। गुर प्रसादे जीवत मरै, हुक्म बुझे सोए, हुक्म बुझे सोए।
गया परम रहा परमानंदा को हक है मरण मरण मुनसा सूर्या जो मरण पर मरण मुनसा सूर्या मरण पर
मन में
बोहर हम काहे आमगे, बोहर हम काहे आमगे। बोहर हम काहे आमगे, बोहर हम काहे हुक्म
कमाया सुन रहे जितना समय में जैसे समय की समाप्ति है बाणी पढ़ने वाले सेवकों पासों के प्रकार के अनेक त्रुटियां रह गई होंगे अनजान से समझ के माफ करना अगे तो लाके बाणी सुत स्पष्ट प्रति समर्था बख्शनी दियो आशीष रचना पवित्र करो फतेह दा जो आफत विद्यो जी वाह गुरु जी का खालसा वाह गुरु जी की फतेह। वाहिगुरु जी का खालसा वाहिगुरु जी की फतेह। ਇਹ ਸਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਿੰਦਰਪਾਲ ਸਿੰਘ ਜੀ ਦਾ ਪ੍ਰਸਿੱਧ ਜਥਾ ਜੋ ਕਿ ਕਾਫੀ ਸਮੇਂ ਤੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਜੋ ਸੇਵਾ ਨਿਭਾ ਰਹੇ ਨੇ। ਇਹਨਾਂ ਪਾਸ ਅਸੀਂ ਬੇਨਤੀ ਕੀਤੀ ਤਾਂ ਸਾਡੀ ਇਹਨਾਂ ਨੇ ਬੇਨਤੀ ਪ੍ਰਵਾਨ ਕਰਕੇ ਅੱਜ ਸਾਡੇ ਪਾਸ ਪਹੁੰਚੇ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਧਾਨ ਸਾਹਿਬ ਨੂੰ ਨੀਤ ਪ੍ਰਧਾਨ ਸਾਹਿਬ ਨੂੰ ਤਾਂ ਇਹਨਾਂ ਨੂੰ ਅਸੀਂ ਜੋ ਇਹਨਾਂ ਨੂੰ ਸਨਮਾਨਿਤ ਕਰਨਗੇ। बोले सोनिहाल तिक जंजू राखा प्रताका किनो बड़ो कलू में साखा धर्म हेत साका जिन किया शीश दिया पर सिर रन दिया। सिख जग दे नवे गुरु धन धन श्री गुरु तेग बहादुर साहब जी महाराज जी का महान शहीदी पुरब जो कि 346 साल
महान शहीदी पुरब ਅੱਜ ਸੰਤਾਂ ਦੇ ਸਹਿਯੋਗ ਨਾਲ ਸਿੱਖ ਨੌਜਵਾਨ ਸਭਾ ਦੇ ਸਹਿਯੋਗ ਨਾਲ ਅਸੀਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਮਨਾ ਰਹੇ ਹਾਂ। ਇਹ ਜੋ ਸ਼ਹੀਦੀ ਸਮਾਗਮ ਹੈ ਹਰ ਸਾਲ ਦੀ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ, ਪਰ ਕੁਝ ਸਮੇਂ ਤੋਂ ਪਿਛਲੇ ਸਾਲ ਇਹ ਜੋ ਕੋਰੋਨਾ ਮਹਾਮਾਰੀ ਦੀ ਜੋ ਪੈਂਡੇਮਿਕ पूरे विश्व ਵਿੱਚ चली सी ਉਸ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਲ ਅਸੀਂ ਗੁਰੂ ਮਹਾਰਾਜ ਦਾ ਨਾ ਹੀ ਅਸੀਂ 400 ਸਾਲਾ ਪ੍ਰਕਾਸ਼ ਪੁਰਬ ਮਨਾ ਸਕੇ ਨਾ ਹੀ ਗੁਰੂ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ ਹੈ ਜਾਂ ਸ਼ਹੀਦੀ ਦਿਵਸ ਜੋ ਅਸੀਂ ਪਿਛਲੇ ਸਾਲ ਅਸੀਂ ਨਹੀਂ ਮਨਾ ਸਕੇ। ਇਹ ਜੋ ਸ਼ਹੀਦੀ ਸਮਾਗਮ ਹੈ ਇਸ ਵਿੱਚ ਵਿਸ਼ੇਸ਼ ਤੌਰ ਤੇ ਪੂਜਨੀਏ ਮਹੰਤ ਸਾਹਿਬ ਜੀ ਹਰ ਸਾਲ ਜ਼ਰੂਰ ਪਹੁੰਚਦੇ ਨੇ ਅਤੇ ਸੰਗਤਾਂ ਨੂੰ ਸੰਬੋਧਿਤ ਕਰਦੇ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਨੌਜਵਾਨ ਅਤੇ ਸਮੂਹ ਸੰਗਤਾਂ ਵੱਲੋਂ ਸ਼੍ਰੀਮਾਨ ਮਹੰਤ ਮਨਜੀਤ ਸਿੰਘ ਜੀ ਮੁਖੀ ਸ਼੍ਰੋਮਣੀ ਸੰਗਤ ਡੇਰਾ ਨੰਗਲ ਸਾਹਿਬ ਪਹੁੰਚ ਉਹਨਾਂ ਨੂੰ ਬਹੁਤ ਧੰਨਵਾਦ ਕੋਟ ਧੰਨਵਾਦ ਅਸੀਂ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਮਾਗਮ ਤੇ ਪਹੁੰਚੇ ਨੇ। ਉਹਨਾਂ ਨੂੰ ਇੱਕ ਵਾਰ ਫਿਰ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਪਾਸ ਹੁਣ ਪਹੁੰਚੇ ਨੇ ਸਤਿਕਾਰਯੋਗ ਸਰਦਾਰ ਫਤਿਹ ਸਿੰਘ ਜੀ ਜੋ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਨੇ। ਉਹਨਾਂ ਪ੍ਰਤੀ ਬੇਨਤੀ ਹੈ ਕਿ ਉਹ ਸਟੇਜ ਤੇ ਆਉਣਗੇ ਅਤੇ 15 ਮਿੰਟ ਲਈ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੋੜਨਗੇ। ਸਤਿਕਾਰਯੋਗ ਸਰਦਾਰ ਫਤਿਹ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जुग जुग अटल जबर छतर तखत दे मालिक धन धन गुरु ग्रंथ साहिब जी की हजूरी च बैठी हुई सत संगत गुरु की बख्शी फतेह नाल सांझ पाओ ते अपनी रसना पवित्र करो। वाहिगुरू जी का खालसा वाहिगुरू जी की फतेह। अज धन धन गुरु तेग बहादुर पातशाह जी का शहीदी गुरपुरब जो कि नानक नगर दियां संगतां बड़ी श्रद्धा ते भावना नाल मना रही ने। जिथे जिथे भी गुरु नानक नाम लेवा गुरु का सिख वसता है ये शहीदी पुरब बड़ी श्रद्धा ते भावना नाल मनाते ने। समा 15 मिनट है लेकिन गुरु पातशाह का जीवन बहुत वडेरा है। दास संखेप विच आप जी नाल सांझ करने की कोशिश करेगा। गुरु पातशाह जी का आगमन 1 अप्रैल 1621 अमृतसर गुरु के महल पिता गुरु हरगोबिंद पातशाह अते माता नानकी जी की कुख तो आप जी का आगमन होता है। अमृत वेले गुरु हरगोबिंद पातशाह सचखंड श्री दरबार साहिब विखे आसा जी के बाद कीर्तन सरवण कर रहे ने। महला तो एक सेवक आया आके उसने सुनेहा दिता कि तुहाडे घर पुत्र ने जन्म लिया है। दीवान की समाप्ति तो बाद पतवंते सिंघां नूं लैके गुरु पातशाह अपने महलों में जाते ने। आप जी दे नाल धन धन बाबा बुढ़ा जी भाई साहब भाई गुरदास जी भाई साहब भाई विधि चंद जी अते होर पतवंते सिख नाल ने। गुरु पातशाह अपने गृह विखे पहुंचे ने। उस बालक दे दीदार करते ने अपनी गोद विच लैंदे ने मथा चुमदे ने तां नमस्कार करते ने। पर गुरु के सिख भाई विधि चंद जी पूछते ने पातशाह
ਆਪ ਜੀ ਦੇ 4 ਪੁੱਤਰ ਪਹਿਲਾਂ ਵੀ ਨੇ, ਪਰ ਇਸ ਨੂੰ ਤੁਸੀਂ ਨਮਸਕਾਰ ਕੀਤੀ, ਇਹਦਾ ਕਾਰਨ ਦੱਸੋ। ਪਾਤਸ਼ਾਹ ਕਹਿੰਦੇ ਨੇ ਗੁੱਝੀ ਗੱਲ ਹੈ, ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਹੈ। ਆਉਣ ਵਾਲੇ ਸਮੇਂ ਵਿੱਚ ਇਸਨੇ ਉਹ ਕਾਰਨਾਮੇ ਕੀਤੇ ਨੇ, ਕਰਨੇ ਨੇ ਕਿ ਜੋ ਸੰਸਾਰ ਵਿੱਚ ਇੱਕ ਮਿਸਾਲ ਹੋਵੇਗੀ। ਇਸ ਕਰਕੇ ਅਸੀਂ ਨਮਸਕਾਰ ਕੀਤੀ ਹੈ। 4 ਸਾਲ ਦੀ ਉਮਰ ਆ, ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹਨ ਲੱਗੀ। ਆਪ ਸਭ ਤੋਂ ਛੋਟੇ ਨੇ 5 ਭਰਾਵਾਂ ਵਿੱਚੋਂ। ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅੰਨੀ ਰਾਏ ਜੀ ਅਤੇ ਬਾਬਾ ਟੱਲ ਜੀ ਅਤੇ ਗੁਰੂ ਤੇਗ ਬਹਾਦਰ। ਇੱਕ ਭੈਣ ਆਪ ਦੀ ਬੀਬੀ ਵੀਰੋ। ਆਪ ਸਾਰਿਆਂ ਤੋਂ ਛੋਟੇ ਨੇ। ਅਤੀ ਪਿਆਰ ਮਾਤਾ ਪਿਤਾ ਦਾ ਮਿਲਦਾ ਹੈ। ਜਦੋਂ 3 ਸਾਲ ਦੇ ਹੋਏ, ਪੜ੍ਹਾਈ ਲਿਖਾਈ ਦੀ ਸੇਵਾ ਫਿਰ ਬਾਬਾ ਬੁੱਢਾ ਜੀ ਨੂੰ ਸੌਂਪੀ ਜਾਂਦੀ ਹੈ। ਉਹਨਾਂ ਨੇ ਬਚਪਨ ਵਿੱਚ ਹੀ ਨਿਪੁੰਨ ਕਰ ਦਿੱਤਾ। 4 ਸਾਲ ਦੀ ਉਮਰ ਵਿੱਚ ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹਨ ਲੱਗੀ। ਮਾਂ ਨੇ ਤਿਆਰ ਕੀਤਾ, ਬਾਹਰ ਗਏ ਨੇ, ਆਪਣੀ ਸੁੰਦਰ ਪੋਸ਼ਾਕ ਇੱਕ ਨੰਗੇਜ ਬੱਚੇ ਨੂੰ ਦੇ ਕੇ ਆ ਜਾਂਦੇ ਨੇ। ਮਾਤਾ ਨੇ ਪੁੱਛ ਕੀਤੀ, ਹੁਣੇ ਤਿਆਰ ਕੀਤਾ ਸੀ? ਕਹਿੰਦਾ ਉਸ ਬੱਚੇ ਕੋਲ ਪੋਸ਼ਾਕ ਨਹੀਂ ਸੀ, ਨੰਗੇਜ ਸੀ, ਉਸ ਦਾ ਨੰਗੇਜ ਢਕਾਇਆ। ਜਦੋਂ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿੰਦੇ ਨੇ ਤੁਹਾਡੇ ਲਾਲ ਨੇ ਆ ਕੀਤਾ, ਕਹਿਣ ਲੱਗੇ ਅੱਜ ਕਿਸੇ ਦੀ ਸਵਾਸਾਂ ਦੀ ਰੱਖਿਆ ਲਈ ਆਪਣੀ ਪੋਸ਼ਾਕ ਦੇ ਆਇਆ, ਕੱਲ ਕਿਸੇ ਦੇ ਧਰਮ ਲਈ ਆਪਣੇ ਸਵਾਸ ਦੇ ਆਵੇਗਾ। ਇਹ ਤਾਂ ਉਹ ਮਹਾਨ ਹੈ, ਬੱਚਾ ਹੈ, ਆਮ ਬੱਚਾ ਨਹੀਂ। ਫਿਰ ਪਾਤਸ਼ਾਹ ਸਮਾਂ ਲੰਘਦਾ ਗਿਆ। 13 ਸਾਲ ਦੀ ਉਮਰ ਵਿੱਚ ਆਪ ਜੀ ਦਾ ਆਨੰਦ ਕਾਰਜ ਕਰਤਾਰਪੁਰ ਦੇ ਰਹਿਣ ਵਾਲੇ ਬਾਬਾ ਲਾਲ ਚੰਦ ਜੀ ਦੀ ਸੁਪੁੱਤਰੀ ਬਾਬਾ ਬਿਸ਼ਨ ਕੌਰ ਜੀ ਦੀ ਸੁਪੁੱਤਰੀ, ਉਸ ਦੇ ਨਾਲ ਆਨੰਦ ਕਾਰਜ ਹੋਇਆ। ਡੋਲੀ ਤੁਰਨ ਲੱਗੀ। ਲਾਲ ਚੰਦ ਕਹਿੰਦਾ ਪਾਤਸ਼ਾਹ ਮੈਂ ਕੁਝ ਸੇਵਾ ਨਹੀਂ ਕਰ ਸਕਿਆ, ਕੋਈ ਤੁਹਾਨੂੰ ਦੇ ਨਹੀਂ ਸਕਿਆ। ਕਹਿੰਦੇ ਨੇ ਇਸ ਤੋਂ ਵੱਧ ਦੌਲਤ ਕਿਹੜੀ ਦੇਵੇਂਗਾ? ਤੇਰੇ ਕੋਲ ਤੇਰੇ ਜਿਗਰ ਦਾ ਟੁਕੜਾ, ਤੇਰੀ ਬੱਚੀ ਸੀ, ਸਾਡੀ ਝੋਲੀ ਪਾ ਦਿੱਤੀ, ਇਸ ਤੋਂ ਵੱਧ ਕੀ ਦੇਵੇਂਗਾ? ਉਸ ਨੂੰ ਧੀਰਜ ਦਿੱਤਾ, ਗਲਵਕੜੀ ਚ ਲਿਆ ਤੇ ਕਿਹਾ ਇਸ ਬੱਚੀ ਨੇ ਵੀ ਬੜੇ ਬੜੇ ਕਾਰਨਾਮੇ ਕਰਨੇ ਨੇ। ਸਮਾਂ ਲੰਘਦਾ ਗਿਆ। ਚੌਥੀ ਜੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਰਤਾਰਪੁਰ ਵਿੱਚ ਪੈਂਦੇ ਖਾਂ ਕਾਲੇ ਖਾਨ ਫੌਜਾਂ ਲੈ ਕੇ ਚੜੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਪਨ ਦਾ ਨਾਮ ਤਿਆਗਮਲ ਸੀ। ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਐਸੀ ਤੇਗ ਵਾਈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਨਾਮ ਗੁਰੂ ਹਰਗੋਬਿੰਦ ਪਾਤਸ਼ਾਹ ਫਿਰ ਕਹਿੰਦੇ ਨੇ ਤਿਆਗਮਲ ਨਹੀਂ, ਹੁਣ ਤੇ ਤੇਗ ਬਹਾਦਰ ਤੇਰਾ ਨਾਮ ਹੈ। ਇਤਨੀ ਬਹਾਦਰੀ ਨਾਲ ਤੇਗ ਵਾਈ। ਸਮਾਂ ਲੰਘਦਾ ਗਿਆ। ਗੁਰੂ ਹਰ ਰਾਏ ਜੀ ਗੱਦੀ ਤੇ ਬੈਠਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ। ਜਦੋਂ ਗੁਰਤਾ ਗੱਦੀ ਆਪਣੇ ਪੋਤਰੇ ਨੇ ਦਿੰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ, ਤੇ ਮਾਤਾ ਨਾਨਕੀ ਪੁੱਛ ਕਰਦੀ ਤੁਹਾਡਾ ਪੁੱਤਰ ਸੀ ਤੇਗ ਬਹਾਦਰ, ਇਸ ਨੂੰ ਗੱਦੀ ਦੇਣੀ ਸੀ? ਕਹਿੰਦੇ ਨਹੀਂ, ਹਜੇ ਸਮਾਂ ਨਹੀਂ ਆਇਆ। ਇਸਨੇ ਵੀ ਵਾਰਿਸ ਬਣਨਾ, ਲੇਕਿਨ ਇਸਨੇ ਇੱਕ ਵੱਡੇ ਕਾਰਜ ਦੀ ਤਿਆਰੀ ਕਰਨੀ ਹੈ। ਜਦੋਂ ਦਾਦੇ ਨੇ ਪੋਤਰੇ ਨੂੰ ਗੱਦੀ ਦੇ ਦਿੱਤੀ, ਹਰ ਰਾਏ ਜੀ ਗੁਰਤਾ ਗੱਦੀ ਤੇ ਬੈਠੇ। ਉਹਨਾਂ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਬੈਠਦੇ ਨੇ। ਦਿੱਲੀ ਵਿਖੇ ਜੋਤੀ ਜੋਤ ਸਮਾਉਂਦੇ ਨੇ ਤਾਂ ਕਹਿ ਜਾਂਦੇ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਬਾਬਾ ਬਸੇ ਬਗਰਾਮ ਬਕਾਲੇ। ਬਾਬਾ ਦਰਗਾਹ ਵਾਲ ਜੀ ਉਹਨਾਂ ਦੇ ਨਾਲ ਹੁੰਦੇ ਨੇ। 5 ਪੈਸੇ ਨਾਰੀਅਲ ਰੱਖ ਕੇ ਇਹ ਆਸ਼ੀਰਵਾਦ ਲੈਂਦੇ ਨੇ ਕਿ ਬਾਬਾ ਬਸੇ ਗ੍ਰਾਮ ਬਕਾਲੇ, ਨੌਵੀਂ ਜੋਤ ਬਕਾਲੇ ਵਿੱਚ ਹੈ। ਜੋਤੀ ਜੋਤ ਸਮਾ ਗਈ। ਉਧਰ ਮੱਖਣ ਸ਼ਾਹ ਲਵਾਨਾ ਗੁਰੂ ਨਾਨਕ ਘਰ ਦਾ ਅਨੰਨ ਸੇਵਕ ਸੀ। ਉਸ ਦਾ ਬੇੜਾ ਦਲਦਲ ਦੇ ਵਿੱਚ ਫਸ ਗਿਆ। ਉਸਨੇ ਉਸ ਵਕਤ ਗੁਰੂ ਨਾਨਕ ਦੇ ਦਰ ਦਾ ਓਟ ਤੇ ਆਸਰਾ ਲਿਆ। ਸਾਰੇ ਮਲਾਹਾਂ ਨੇ ਕਹਿ ਦਿੱਤਾ ਬੇੜਾ ਹੁਣ ਨਹੀਂ ਚੱਲਦਾ। ਉਹਨੇ ਕਿਹਾ ਫਿਰ ਮੇਰੇ ਕੋਲ ਗੁਰੂ ਨਾਨਕ ਦੇ ਦਰ ਦਾ ਆਸਰਾ ਹੈ।
ਹੱਥ ਧੋਤੇ, ਮੂੰਹ ਧੋਤਾ, ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਹੈ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮੇਰਾ ਬੇੜਾ ਬੰਨੇ ਲਾਓ। ਤਾਂ ਬੇੜਾ ਬੰਨੇ ਲੱਗਿਆ, ਵਾਪਸ ਦਿੱਲੀ ਪਹੁੰਚਿਆ। ਉਸ ਵਕਤ ਦਾ ਇਤਨਾ ਅਮੀਰ ਸਿੱਖ ਹੋਇਆ ਮੱਖਣ ਸ਼ਾਹ ਲਵਾਨਾ, ਉਸ ਸਮੇਂ ਉਸਦੇ ਕੋਲ ਜਹਾਜ਼ ਸਨ, 500 ਘੋੜ ਸਵਾਰ ਆਪਣੇ ਨਾਲ ਰੱਖਦਾ ਸੀ। ਦਿੱਲੀ ਪਹੁੰਚਿਆ, ਪਤਾ ਲੱਗਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ। 500 ਘੋੜ ਸਵਾਰ ਲੈ ਕੇ ਬਕਾਲੇ ਵਿਖੇ ਪਹੁੰਚਿਆ, ਪਤਾ ਲੱਗਾ ਕਹਿ ਗਏ ਨੇ ਬਾਬਾ ਬਸੇ ਗ੍ਰਾਮ ਬਕਾਲੇ। ਹੁਣ ਬਕਾਲੇ ਵਿੱਚ ਮਸੰਦਾਂ ਨੇ, ਧੀਰ ਮੱਲੀਆਂ ਨੇ, ਮੰਜੀਆਂ ਲਾਈਆਂ ਨੇ, ਬਾਹੀ ਮੰਜੀਆਂ ਲਾਈਆਂ ਨੇ। ਲੇਕਿਨ ਜਦੋਂ ਅਰਦਾਸ ਕੀਤੀ ਇੱਕ ਸੁਖਨਾ ਸੁਖੀ ਸੀ, ਮੈਂ 500 ਮੇਰਾ ਗੁਰੂ ਦੇ ਚਰਨਾਂ 'ਚ ਭੇਟਾ ਕਰਾਂਗਾ, ਮੇਰਾ ਬੇੜਾ ਬੰਨੇ ਲੱਗ ਜਾਵੇ। ਤਾਂ ਗੁਰੂ ਪਾਤਸ਼ਾਹ ਨੇ ਉਸ ਦਾ ਬੇੜਾ ਬੰਨੇ ਲਾਇਆ। ਜਦੋਂ ਬਕਾਲੇ ਵਿਖੇ ਪਹੁੰਚਿਆ, ਮਨ ਵਿੱਚ ਇੱਕ ਫੁਰਨਾ ਹੈ, ਜਿਹੜਾ ਆਪਣੀ ਭੇਟਾ ਆਪ ਮੰਗ ਕੇ ਲੈ ਲਵੇਗਾ, ਮੈਂ ਉਸ ਨੂੰ ਗੁਰੂ ਮੰਨਾਂਗਾ। ਸਾਰਿਆਂ ਦੇ ਅੱਗੇ 2-2 ਮੋਹਰਾਂ ਰੱਖਦਾ ਗਿਆ, ਮਨ ਦੀ ਕੁੰਡੀ ਕਿਸੇ ਨਾ ਖੋਲੀ। ਨਿਰਾਸ਼ ਹੋਇਆ, ਇੱਕ ਦੁਕਾਨਦਾਰ ਨੂੰ ਪੁੱਛਦਾ ਹੋਰ ਵੀ ਕੋਈ ਹੈ? ਕਹਿੰਦਾ ਹੈ। ਉਸ ਨੂੰ ਲੋਕੀ ਤੇਗਾ ਕਮਲਾ ਕਹਿੰਦੇ ਨੇ। ਕਹਿੰਦੇ ਮੈਨੂੰ ਦੀਦਾਰ ਕਰਾਓ। ਕਹਿੰਦੇ ਸਾਹਮਣੇ ਵਾਲੇ ਘਰ ਵਿੱਚ ਗਏ, ਜਾ ਕੇ ਗੁਰੂ ਪਾਤਸ਼ਾਹ ਭੋਰੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਜੁੜੇ ਨੇ। ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਤੂੰ ਆਗਿਆ ਲਈ, ਦੀਦਾਰ ਕੀਤੇ, ਜਾ ਕੇ ਮੋਹਰਾਂ ਅੱਗੇ ਰੱਖੀਆਂ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਮੱਖਣ ਸ਼ਾਹ ਮੂੰਹ ਥੀ ਕਹਿ ਕੇ 500 ਮੋਹਰ, ਹੁਣ ਦੇਵਨ ਦਾ ਤੂੰ ਬਣਿਆ ਚੋਰ। 500 ਸੁਖਨਾ ਸੁਖੀ ਤੇ 2 ਦਿਨ ਵੀ ਠਨਕਾ ਕੇ ਬਸ ਉਸੇ ਵੇਲੇ 500 ਮੋਹਰਾਂ ਅਰਪਣ ਕੀਤੀਆਂ, ਮੱਥਾ ਟੇਕਿਆ। ਗੁਰੂ ਪਾਤਸ਼ਾਹ ਨੇ ਚਾਦਰਾ ਚੁੱਕਿਆ, ਦੱਸ ਦਿੱਤਾ ਇਹ ਮੋਢਾ ਹਜੇ ਤੱਕ ਜ਼ਖਮੀ ਹੈ ਜਿਹੜਾ ਤੇਰਾ ਬੇੜਾ ਬੰਨੇ ਲਾਇਆ। ਤੇ ਕੋਠੇ ਤੇ ਚੜ ਕੇ ਗੱਲੇ 'ਚ ਪਾਇਆ ਪੱਲੂ। ਫਿਰ ਕਹਿੰਦਾ ਗੁਰੂ ਲਾ ਦੋਰੇ, ਗੁਰੂ ਲਾ ਦੋਰੇ। ਇਤਨੇ ਮਹਾਨ ਗੁਰੂ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ, ਭੋਰੇ 'ਚ ਬੈਠੇ ਨੇ, ਪ੍ਰਗਟ ਹੋਏ ਨੇ ਤੇ ਹਿੰਦੂ ਧਰਮ ਦੀ ਖਾਤਰ ਕੁਰਬਾਨ ਹੋਣ ਲਈ ਤਿਆਰ ਹੋ ਗਏ ਨੇ। ਸਮਾਂ ਲੰਘਿਆ, ਆਪ ਪਟਨੇ ਵੱਲ ਗਏ, ਅਸਾਮ ਗਏ। ਪਟਨੇ ਵਿੱਚ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੁੰਦਾ ਹੈ। ਵਾਪਸ ਆਨੰਦਪੁਰ ਪਹੁੰਚਦੇ ਨੇ। ਮੈਂ ਸੰਖੇਪ ਵਿੱਚ ਵਿਚਾਰ ਕਰਾਂ, ਸਮਾਂ ਬਹੁਤ ਥੋੜਾ ਹੈ। ਵਾਪਸ ਆਨੰਦਪੁਰ ਪਹੁੰਚੇ, ਪਰਿਵਾਰ ਨੂੰ ਬੁਲਾ ਲਿਆ। ਆਨੰਦਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਤਾਂ ਕਸ਼ਮੀਰ ਦੇ ਵਿੱਚ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਕਿ ਇਸਲਾਮ ਹੀ ਇਸਲਾਮ ਹੋਵੇਗਾ, ਹਿੰਦੁਸਤਾਨ ਵਿੱਚ ਇੱਕੋ ਇੱਕ ਧਰਮ ਹੋਵੇਗਾ। ਜਿਹੜਾ ਕੋਈ ਮੰਨਦਾ ਠੀਕ ਹੈ, ਨਹੀਂ ਤਾਂ ਉਸ ਦਾ ਸਿਰ ਕਲਮ ਕਰ ਦਿਓ। 1.25 ਮਣ ਜੰਜੂ ਲਾ ਕੇ ਉਹ ਰੋਟੀ ਖਾਂਦਾ ਸੀ। ਕਿਤਨਾ ਜ਼ੁਲਮ ਕਰ ਰਿਹਾ ਸੀ। ਉਸਨੇ ਚੁਣਿਆ ਕਸ਼ਮੀਰ। ਕਸ਼ਮੀਰ ਦੇ ਪੰਡਤ ਬਹੁਤ ਵਿਦਵਾਨ ਸਨ। ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਸਾਰੇ ਪੰਡਤ ਜਾ ਕੇ ਅਮਰਨਾਥ ਦੀ ਗੁਫਾ ਵਿੱਚ ਛੁਪੇ ਨੇ, ਵਾਰਤਾਲਾਪ ਕਰਦੇ ਨੇ ਸਾਡਾ ਬਚਾਅ ਕਿਵੇਂ ਹੋਏਗਾ। ਉਹ ਕਿਰਪਾ ਰਾਮ ਕੌਣ ਸੀ? ਜਦੋਂ ਗੁਰੂ ਨਾਨਕ ਪਾਤਸ਼ਾਹ ਲੇਹ ਲਦਾਖ ਕਰਗਲ ਹੁੰਦੇ ਮਟਨ ਪਹੁੰਚੇ ਨੇ, ਪੰਡਤ ਬ੍ਰਹਮ ਦੱਤ ਦੇ ਨਾਲ ਮਿਲਾਪ ਹੋਇਆ, ਉਸ ਨੂੰ ਸੋਝੀ ਬਖਸ਼ੀ। ਉਸ ਬ੍ਰਹਮ ਦੱਤ ਦਾ ਪੁੱਤਰ ਸੀ ਨਾਰਾਇਣ ਦੱਤ, ਨਾਰਾਇਣ ਦੱਤ ਦਾ ਪੁੱਤਰ ਸੀ ਅੜੂ ਰਾਮ ਦਾ ਪੁੱਤਰ ਸੀ ਕਿਰਪਾ ਰਾਮ, ਜਿਸ ਨੂੰ ਗੁਰੂ ਨਾਨਕ ਦੇ ਦਰ ਤੋਂ ਸਿੱਖੀ ਪ੍ਰਾਪਤ ਹੋਈ ਸੀ। ਉਸ ਕਿਰਪਾ ਰਾਮ ਨੂੰ ਰਾਤ ਸੁਪਨੇ 'ਚ ਆਇਆ ਕਿ ਅਗਰ ਤੁਸੀਂ ਬਚਣਾ ਚਾਹੁੰਦੇ ਹੋ, ਗੁਰੂ ਨਾਨਕ ਦੇ ਗੱਦੀ ਤੇ ਬੈਠੇ ਨੇ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ, ਉਹਨਾਂ ਦੇ ਪਾਸ ਜਾਓ, ਤੁਹਾਡੀ ਬਾਹ ਫੜ ਲੈਣਗੇ, ਤੁਹਾਡਾ ਧਰਮ ਬਚ ਸਕਦਾ ਹੈ। ਅੰਮ੍ਰਿਤ ਵੇਲੇ ਉਸਨੇ ਆਪਣੇ ਸਾਰੇ ਸਾਥੀਆਂ ਨਾਲ ਵਾਰਤਾਲਾਪ ਕੀਤੀ। ਤੁਰ ਪਏ ਨੇ ਆਨੰਦਪੁਰ ਸਾਹਿਬ, ਪਹੁੰਚੇ ਨੇ ਆਨੰਦਪੁਰ, ਸਾਰੀ ਵਾਰਤਾਲਾਪ ਦੱਸੀ। ਸਾਡਾ ਧਰਮ ਖਤਰੇ ਵਿੱਚ ਹੈ, ਜਬਰੀ ਸਾਨੂੰ ਮੁਸਲਮਾਨ ਬਣਾਇਆ ਜਾ ਰਿਹਾ, ਪਾਤਸ਼ਾਹ ਸਾਡੀ ਬਾਹ ਪਕੜੋ। ਕੋਈ ਬਾਹ ਪਕੜਨ ਵਾਲਾ ਤਿਆਰ ਨਹੀਂ। ਭਾਈ ਧਾਰ ਦੇ ਰਾਜੇ ਸਨ, ਹਿੰਦੂ ਰਾਜੇ ਸਨ, ਕਿਸੇ ਨੇ ਬਾਹ ਨਾ ਫੜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਅੱਗੇ ਆਪਣਾ ਰੋ ਕੇ ਆਪਣਾ ਹਾਲ ਦੱਸ ਰਹੇ ਸਨ। ਗੋਬਿੰਦ ਰਾਏ ਜੀ ਅੰਦਰ ਆਏ ਨੇ। ਪੁੱਛ ਗਿਰਦੇ ਪਿਤਾ ਜੀ ਕਿਉਂ ਰੋ ਰਹੇ ਨੇ? ਕਹਿੰਦੇ ਬੇਟਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ।
ਬਾਦਸ਼ਾਹ ਇਸ ਦਾ ਉਪਾਅ ਕੀ ਹੈ? ਕੋਈ ਮਹਾਨ ਪੁਰਖ ਆਪਣੇ ਜੀਵਨ ਦਾ ਬਲੀਦਾਨ ਦੇਵੇ, ਇਹਨਾਂ ਦਾ ਧਰਮ ਬਚ ਸਕਦਾ ਹੈ। ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਬਲੀ ਮਹਾਂਪੁਰਸ਼ ਕੌਣ ਹੋਵੇਗਾ? ਤੇ ਉਸੇ ਵੇਲੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਕਹਿ ਦਿੱਤਾ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਗੁਰੂ ਤੇਗ ਬਹਾਦਰ ਅਗਰ ਇਸਲਾਮ ਧਾਰਨ ਕਰ ਲਵੇਗਾ ਅਸੀਂ ਸਾਰੇ ਇਸਲਾਮ ਧਰਮ ਕਬੂਲ ਕਰ ਲਵਾਂਗੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਰਾਏ ਨੂੰ ਗਲਵਕੜੀ 'ਚ ਲੈਂਦੇ ਨੇ, ਕਹਿੰਦੇ ਬੇਟਾ ਇਹੀ ਆਸ ਸੀ ਤੇਰੇ ਕੋਲੋਂ। ਔਰੰਗਜ਼ੇਬ ਨੂੰ ਪਤਾ ਲੱਗਾ, ਕਸ਼ਮੀਰ ਦੇ ਗਵਰਨਰ ਨੂੰ ਪਤਾ ਲੱਗਾ, ਔਰੰਗਜ਼ੇਬ ਨੇ ਹੁਕਮਨਾਮੇ ਕੱਲੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਵੇ। ਸੁਨੇਹਾ ਪਹੁੰਚਿਆ, ਪਾਤਸ਼ਾਹ ਕਹਿੰਦੇ ਗ੍ਰਿਫਤਾਰੀ ਦੀ ਲੋੜ ਨਹੀਂ, ਅਸੀਂ ਆਪ ਤੇਰੇ ਪਾਸ ਆ ਰਹੇ ਹਾਂ। 5 ਸਿੰਘ ਨਾਲ ਲਏ ਨੇ, ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਉਦੇ ਜੀ, 5 ਸਿੰਘ ਨਾਲ ਲਏ ਨੇ, ਦਿੱਲੀ ਵੱਲ ਤੁਰ ਪਏ ਨੇ। ਅੱਜ ਸਮਾਂ ਆਇਆ ਪਾਤਸ਼ਾਹ ਨੂੰ ਪਿੰਜਰੇ 'ਚ ਬੰਦ ਕੀਤਾ, ਡੰਕਾ ਵਜਾ ਦਿੱਤਾ ਕਿ ਕੱਲ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਤੇ ਉਸਦੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇਗਾ। ਵੱਧ ਤੋਂ ਵੱਧ ਦੁਨੀਆ ਇਕੱਠੀ ਹੋਵੇ। ਬੜੇ ਸ਼ਮਾਨੇ ਲੱਗੇ, ਬੜਾ ਵੱਡਾ ਪੰਡਾਲ ਲੱਗਿਆ। ਗੁਰੂ ਪਾਤਸ਼ਾਹ ਵੀ ਨੇ ਪਿੰਜਰੇ ਵਿੱਚ ਬੰਦ, 3 ਸਿੰਘ ਨੇ, ਔਰੰਗਜ਼ੇਬ ਹੈ, ਕਾਜ਼ੀ ਹੈ, ਮੌਲਵੀ ਹੈ, ਫਤਵਾ ਜਾਦਰੀ ਕੀਤਾ ਹੈ। ਸਭ ਤੋਂ ਪਹਿਲਾ ਨੰਬਰ ਆਇਆ ਭਾਈ ਮਤੀ ਦਾਸ ਜੀ ਦਾ। ਕਹਿੰਦੇ ਨੇ ਮਤੀ ਦਾਸ ਜਾਂ ਤਾਂ ਇਸਲਾਮ ਕਬੂਲ ਕਰ ਲੈ, ਜਾਂ ਕਰਾਮਾਤ ਦਿਖਾ, ਨਹੀਂ ਤੇ ਮੌਤ ਤਿਆਰ ਹੈ। ਕਹਿੰਦੇ ਗ੍ਰਸਤੀਆਂ ਸਾਰੇ ਸੁੱਖ ਮਾਣੇ ਨੇ ਪਰ ਆਰੇ ਦਾ ਸੁੱਖ ਨਹੀਂ ਦੇਖਿਆ। ਸਾਹਮਣੇ 2 ਸਤੀਰ ਲਾ ਦਿੱਤੇ, ਬਾਹਾਂ ਬੰਨ ਦਿੱਤੀਆਂ ਤੇ ਕਹਿੰਦਾ ਫਿਰ ਚਲਾਓ ਆਰਾ, ਤੇ ਉਸਨੇ ਜਪਜੀ ਸਾਹਿਬ ਆਰੰਭ ਕਰ ਦਿੱਤਾ। ਕਹਿੰਦਾ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਏ। ਜਪਜੀ ਸਾਹਿਬ ਆਰੰਭ ਹੋ ਗਿਆ, ਉਧਰ ਆਰਾ ਚੱਲਿਆ, ਸਰੀਰ ਦੇ 2 ਫਾੜ ਹੋਏ ਨੇ ਪਰ ਜਪਜੀ ਸਾਹਿਬ ਹਜੇ ਵੀ ਚੱਲ ਰਿਹਾ ਹੈ। ਜਿਸ ਵੇਲੇ ਜਿੰਨੀ ਨਾਮ ਧਿਆਇਆ ਗੇਲ ਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਤੇ ਸਰੀਰ ਤੜਫਦਾ ਹੋਇਆ ਬੰਦ ਹੋ ਗਿਆ ਤੇ ਭਾਈ ਮਤੀ ਦਾਸ ਜੀ ਸ਼ਹੀਦੀ ਪਾ ਗਏ ਨੇ। ਭਾਈ ਦਿਆਲਾ ਜੀ ਨੂੰ ਵੀ ਪਾਣੀ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ। ਭਾਈ ਸਤੀ ਦਾਸ ਨੂੰ ਰੂਹ ਵਿੱਚ ਬਨ ਕੇ ਸ਼ਹੀਦ ਕਰ ਦਿੱਤਾ। ਇਹ 10 ਨਵੰਬਰ 1675 ਦਾ ਦਿਹਾੜਾ ਸੀ। ਹੁਣ ਦੂਸਰੇ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਨਾ ਹੈ। ਪੁੱਛ ਕੀਤੀ ਤੁਹਾਡੀ ਆਖਰੀ ਮੰਗ? ਕਹਿੰਦੇ ਇਸ਼ਨਾਨ ਕਰਾਓ। ਇਸ਼ਨਾਨ ਕਰਨ ਤੋਂ ਬਾਅਦ ਕਹਿੰਦੇ ਜਪਜੀ ਸਾਹਿਬ ਪੜ੍ਹਨਾ ਹੈ। ਜਪਜੀ ਸਾਹਿਬ ਮੱਖਣ ਸ਼ਾਹ ਲੋਹਾਣੇ ਨੇ ਪੜਿਆ ਜਦੋਂ ਬੇੜਾ ਬੰਨੇ ਲੱਗਿਆ। ਜਪਜੀ ਸਾਹਿਬ ਪੜਿਆ ਭਾਈ ਮਤੀ ਦਾਸ ਨੇ, ਭਾਈ ਸਤੀ ਦਾਸ ਨੇ, ਭਾਈ ਦਿਆਲਾ ਜੀ ਨੇ ਗੁਰੂ ਨਾਨਕ ਦੀ ਬਾਣੀ ਪੜ੍ਹੀ ਹੈ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ। ਉਧਰ ਜਲਾਲੁਦੀਨ ਜੋ ਜਲਾਦ ਹੈ ਉਹ ਆਪਣੀ ਤੇਗ ਤਿੱਖੀ ਕਰ ਰਿਹਾ ਹੈ। ਔਰੰਗਜ਼ੇਬ ਫਿਰ ਕਹਿੰਦਾ ਹਜੇ ਸਮਾਂ ਹੈ, ਤੁਸੀਂ ਬਚ ਸਕਦੇ ਹੋ। ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਆਲਮ ਲਿਖਦਾ ਮੈਂ ਹਾਂ ਤੇਗ ਤਾਂ ਕੱਢ ਲੈ ਤੇਗ ਤੂੰ ਵੀ, 1-2 ਨਹੀਂ ਪਰਖ ਲੈ 100 ਤੇਗਾ, 1-2 ਨਹੀਂ ਪਰਖ ਲੈ 100 ਤੇਗਾ। ਮੈਨੂੰ ਲਕਵੇ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਰੀ, ਵੇਖ ਪਿਤਾ ਦੀਆਂ ਪੈਨੀਆਂ 2 ਤੇਗਾ, ਮੇਰੇ ਪਿਤਾ ਨੇ 2 ਪੈਨੀਆਂ ਸਨ, ਮੈਂ ਉਹਨਾਂ ਦੀ ਛਾਂ ਮਾਨੀ ਹੈ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਤੇਰਾ ਪਿਤਾ ਰਿਹਾ ਪਰਖਦਾ ਤੇਗਾ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾ। ਮੇਰੇ ਪੁੱਤਰ ਦੇ ਆਉਣ ਦੇ ਭਵਿੱਖ ਅੰਦਰ ਤੂੰ ਵੇਖੇਗਾ, ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਬਾਣੀਆਂ ਉਹ ਦੇਗਾ। ਉਸ ਦੀ ਤੇਗ ਵਿੱਚੋਂ ਜੋ ਤੇਗ ਨਿਕਲੂ, ਲੱਖਾਂ ਲੇਗੀ ਤੇਰੀਆਂ ਖੋਤੇਗਾ। ਇੱਕ ਆਲਮ ਲਿਖਦਾ ਗੁਰੂ ਪਾਤਸ਼ਾਹ ਵਾਰਤਾਲਾਪ ਕਰਦੇ ਨੇ, ਮੈਂ ਤੇਗ ਦਾ ਧਨੀ ਹਾਂ, ਮੈਨੂੰ ਲਕਬ ਮਿਲਿਆ ਤੇਗ ਬਹਾਦਰੀ ਦਾ, ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ। ਤੇਰਾ ਪਿਓ ਮੇਰੇ
पिता नाल तेगा बांधा रहा। शाहजहान ते गुरु हरगोबिंद पातशाह जी दे 4 जंग होए, चारा ही जित हुई। कहंदे मेरे पुत्र ने ओ तेगा बानियां ने जिन्हां ने तेरियां सारियां तेगां खो लेनियां ने। गुरु तेग बहादुर पातशाह जपजी साहिब संपूर्ण होया, जलाद ने चलाया, किरपान चलाई, सिर धरना नाल कर दिता। लेकिन नाल 2 सिख जेड़े बचे सन उन्होंने कहा सी ये सीस आनंदपुर साहिब पहुंचना चाहिए ते धड़ का भी संस्कार करना है, तुसी इन्हां दी संभाल करनी है। भाई जेता जी तूफान आया बड़ी जोर दा, अफड़ा दफड़ी विच भाई जेता सीस लैके आनंदपुर वाला निकल गया। भाई उदय जी लखी शाह बंजारा धड़ लैके अपने घर नूं अग ला के उन्होंने संस्कार कर देंदे ने। एक विलखण शहादत गुरु तेग बहादुर पातशाह जी अपने धर्म लिए नहीं, हिंदू धर्म लिए बलिदान देंदे ने। तिलक जंजू राखा प्रभ तांका, कीनो बड़ो कलू में साका। ते पातशाह ठीक कर फोर दलीस सिर प्रभपुर कियो प्यान। तेग बहादुर सीख रहा करू न किलो आन। तेग बहादुर के चलत भयो जगत को सोग। है सब जग प्यो जय 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 सुर लोग। है कोई गुरु जेड़े हिंदू धर्म की बाह फड़न वाला, उसी गुरु तेग बहादुर पातशाह विलखण शहादत हुई। धड़ का संस्कार लखी शाह बंजारा अपने घर नूं अग ला के करदा है। उत्थे गुरुद्वारा रकाबगंज शिशोभत ने दिल्ली विखे, जिथे सीस का संस्कार होया आनंदपुर साहिब विखे भाई जैता जी सीस लैके पहुंचे ने। गुरु गोबिंद राय कहंदे ने रंग रेटे गुरु के बेटे। जिथे संस्कार होया आनंदपुर साहिब विच ते नाम रखिया उस स्थान का गुरुद्वारे का नाम सीसगंज। एक सीसगंज चांदनी चौक दिल्ली विच, एक सीसगंज आनंदपुर साहिब विच, एक रकाबगंज दिल्ली दे विच जिथे धड़ दा संस्कार होया। एक विलखण शहादत सी, अपने धर्म लिए नहीं दूसरे धर्म लिए। ऐसा कोई व्यक्ति नहीं जिसने धड़ दा संस्कार किदे होवे, सीस दा संस्कार किदे होवे, वो केवल धन धन गुरु तेग बहादुर पातशाह ने। आप जी ने गल दृढ़ करा दी। 59 श्लोक 57 59 शब्द ते 57 श्लोक गुरु ग्रंथ साहिब भी दर्ज ने। ते पातशाह की स्नेह देने ने पै काहू को देत न पै मानत आन, कहो नानक सुन रे मना ज्ञानी ताहे वखान। इतनी विचारां प्रवान करनिया। समा संपूर्ण हो चुका है। उस महान गुरु का अज असी शहीदी पुरब मना रहे हैं। जिस तरह अमृत वेले विज्ञान आश्रम तो लाइव टेलीकास्ट करके इकबानी चैनल ने देशां देशांतरां विच जम्मू कश्मीर दियां संगतां जदों देखदियां ने गद हो जांदियां ने। इकबानी चैनल निष्काम सेवा करते ने, इन्हां दे असीं ऋणी हां। किते भी समागम होंदा है, वड्डे समागम सारे लाइव टेलीकास्ट करके संगतां नूं घर बैठियां संगतां इन्हां दा आनंद माणदियां ने। इन्हां दा दिल दी गहराइयां चों असीं धन्नवाद करदे हां। इत्थे दी प्रबंधक कमेटी दा धन्नवाद करदे हां। सत्कारयोग पूजिया मान साहब जी विशेष तौर पर पहुंचे ने। उन्होंने आमंत्रण विच आओ जयकारे हुए उन्होंने स्वागत करिए। बोले सो निहाल। होइयां भुलां चुकां दे खिमा दिओ असीस। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। इस सन साडे सत्कारयोग सरदार फतेह सिंह जी जिन्हों ने अपने गुरमत विचारां राही संगतां नूं गुरबाणी अते गुरु इतिहास नाल जोड़िया है। ये साडे सत्कारयोग फतेह सिंह जी डिस्ट्रिक्ट गुरुद्वारा प्रबंधक कमेटी के जनरल सैकटरी भी ने, काफ़ी समय तो ये सेवा कर रहे हैं। वाहिगुरू इन्होंने चढ़दी कला विच रखे। मैं हम बेनती करांगा साडे प्रधान साहब को स्टेज ते आएंगे तो सैकटरी साहब ने जनरल सैकटरी साहब स्टेज ते आएंगे, उन्होंने असीं सन्मानित करना चाहते हैं। बोले सो निहाल।
साढ़े पास पहुंची हुई सिख टीम जो कि एक यूनिक टीम है सिख कम्यूनिटी के भले लिए तकरीबन 2 साल तो सेवा कर रहे हैं। तो मैं बेनती करूंगा सरदार संदीप सिंह जी ने कि 5-7 मिनट लिए स्टेज पर आएंगे, अपने विचार रखेंगे। सरदार संदीप सिंह जी, वाहिगुरू जी का खालसा, वाहिगुरू जी की फतेह। गुरु तेग बहादुर साहब जी दी दा शहीदी गुरपुरब मनान आई सारी संगत नूं सिख टीम वालों गुरुआं दी दित्ती हुई फतेह प्रवान करो। वाहिगुरू जी का खालसा, वाहिगुरू जी की फतेह। इस गुरुद्वारा साहब दी मैनेजमेंट कमेटी ਅਸੀਂ बहुत मुबारकबाद देंदे हां। उन्होंने एक बहुत ही वधिया उपराला किया है ਜਿਹੜੇ कि 30 ਤੋਂ ਲੈ ਕੇ 40 ਬੱਚਿਆਂ ਨੂੰ ਪੰਜਾਬੀ ਲੈਂਗੁਏਜ ਔਰ ਕੀਰਤਨ ਨਾਲ ਜੋੜਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੈ। ਨਾਲ ਹੀ ਅਸੀਂ ਉਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੈ। ਉਹਨਾਂ ਨੇ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ अपने ही बच्चे की नींह और सिख पंथ नूं जिहड़ा है पक्का और मजबूत किया है। और उन्हां पेरेंट्स नूं बहुत मुबारकबाद। सिख टीम जिहड़ी है वो एक पंथक ऑर्गेनाइजेशन है, धार्मिक संस्था है और इसका मेन मकसद सिर्फ और सिर्फ अपने सिख कम्युनिटी वास्ते काम करना है और सिखां की मदद करना है और सिखां की लीडरशिप नूं मजबूत करना है। सिख टीम जिहड़ी है वो असी कुछ वीरां ने इकट्ठे होकर शुरू की सी। जिस वेले असी सिख टीम शुरू की सब तो पहले असी देखा है कि गरीबां वास्ते मानवता का काम करने से बहुत सारी संस्थावां, लेकिन अपने सिखां वास्ते कोई एक भी टीम नहीं है। इस करके असी डिसाइड किया है कि असी अपनी सिखां नूं ही मदद करांगे। इस करके सिख टीम बनाई गई और जिस वेले सिख टीम बनाई गई, सिख टीम मैं ये चीज एक क्लियर करना चाहता, सिख टीम के जिन्ने भी मैंबर्स हैं वॉलंटियर्स हैं हाईली क्वालीफाइड हैं और गुरसिख हैं। सारे दे सारे वीर असी कहा कि पहले अपने इस कोविड के दौरान बड़े बड़े मिलों वाले, कारखाने वाले, बड़े बड़े करोड़ों अरबापति जमीन पे आ गए, खाने रोटी पानी तो मोहताज हो गए क्योंकि एक बीमारी जी है फैली सी कोविड-19। उस दौरान साडा ध्यान गया कि अपने सिखां वाले पासे भी झांक मारीए कि जेड़े अपने सिख हैं वो किस तरह अपना जीवन बिताते पे और किस तरह अपने परिवार का पालन पोषण करते पे। उस वेले असी सिखां दी बस्तियां वाले पासे सब तो पहले रुख किया और तानू जान के बहुत हैरानी होगी कि सिखां दी इन्नी बुरी कंडीशन असी कदे नहीं देखी और साडे पैरां थल्लों जमीन निकल गई जिसले असी उन्हां दा थारोली स्टडी की। एक वीर दे बारे सानू पता चलिया कि ये जिहड़े वीर हैं नेबरहुड तो या उधर जाके कि जिस तरह भी अपने सोर्सां तो असी पता लगाया कोविड के दौरान सिर्फ और सिर्फ 2 दिन तक पानी पी के ही अपना गुजारा कर रहे सन। उस तो अलावा एक गुरसिख वीर जिहड़े सन उन्हां दी वीडियो वायरल हुई सोशल मीडिया कि मैं विडो हाँ और मेरा ब्रदर जिहड़ा गत्ते की फैक्ट्री विच काम करता सी उन्होंने कैंसर है ते इन्हां दा ब्याह भी नहीं होएगा ते असी बड़ी मुश्किल हाँ। GMC वार्ड नंबर 22 नंबर असी हाँ सिख टीम नूं पता चलिया असी उधर भी गए हाँ GMC जाके उस बीबी नूं मिले हाँ ते वो जिहड़ा उसका वीर सी वो दर्द नाल तड़फदा ही देखिया सी। असी उन्होंने पूछा उस के गल है क्यों तड़फदे पे, कहते इन्हां नूं कैंसर सी ते साडे कोल दवाइयां भी नहीं हैं कि इन्हां दा दर्द रोक सकीए। उस वेले
ਸਿੱਖ ਟੀਮ ਦੇ ਸਾਰੇ ਮੈਂਬਰਸ ਡਾਕਟਰਸ ਨੂੰ ਮਿਲੇ। ਉਹ ਡਾਕਟਰ ਨੇ ਕਿਹਾ ਕਿ ਨਾਟ ਮੋਰ ਦੈਨ 10 ਡੇਜ਼, ਇਹ 10 ਦਿਨ ਤੋਂ ਜ਼ਿਆਦਾ ਨਹੀਂ ਰਹਿ ਸਕਦੇ ਕਿਉਂਕਿ ਕੈਂਸਰ ਥਰਡ ਸਟੇਜ ਦਾ ਹੈ। ਸਿੱਖ ਟੀਮ ਨੇ ਉਹਨਾਂ ਨੂੰ ਉਸੇ ਵੇਲੇ ਇਮੀਡੀਏਟਲੀ ਜੋ ਵੀ ਦਵਾਈਆਂ ਦਾ ਖਰਚਾ, ਖਾਣੇ ਪੀਣੇ ਦਾ ਖਰਚਾ, ਉਹਨਾਂ ਦੇ ਕਿਰਾਏ ਦੇ ਮਕਾਨ ਤੇ ਰਹਿੰਦੇ ਸਨ, ਉਹਦਾ ਖਰਚਾ ਸਾਰਾ ਪ੍ਰੋਵਾਈਡ ਕੀਤਾ ਹੈ। ਉਸ ਤੋਂ ਇਲਾਵਾ ਕਈ ਗਰੀਬ ਸਿੱਖ ਪਰਿਵਾਰ ਜਿਨ੍ਹਾਂ ਦੀ ਬੱਚੀਆਂ ਸਨ, ਕੋਵਿਡ ਦੇ ਦੌਰਾਨ ਉਹਨਾਂ ਦਾ ਕੰਮਕਾਜ ਬੰਦ ਹੋ ਗਿਆ, ਉਹਨਾਂ ਦੇ ਵਿਆਹ 'ਚ ਮਦਦ ਕੀਤੀ ਹੈ। ਔਰ ਸਭ ਤੋਂ ਮੇਨ ਇੱਕ ਹੋਰ ਸਿੱਖ ਟੀਮ ਦਾ ਬੜਾ ਵੱਡਾ ਕੰਮ ਹੈ ਕਿ ਅਸੀਂ ਜਿਹੜਾ ਕੰਮ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਜਿਹੜੇ ਸਿੱਖ ਵੀਰ ਜਿਹੜੇ ਸਿੱਖੀ ਤੋਂ ਵਿਮੁਖ ਹੋ ਗਏ ਜਾਂ ਸਿੱਖੀ ਦੇ ਖਿਲਾਫ ਜਾਂ ਉਹਦੇ ਦੂਸਰੀ ਸਾਈਡ ਜਾ ਕੇ ਕੰਮ ਕਰਦੇ ਨੇ, ਉਹਨਾਂ ਨੂੰ ਦੁਬਾਰਾ ਸਿੱਖੀ 'ਚ ਲਿਆਇਆ ਜਾਏ। ਔਰ ਸਾਡੇ ਇੱਕ ਵਲੰਟੀਅਰ ਹੈ ਲਖਵਿੰਦਰ ਸਿੰਘ ਜੀ, ਉਹ ਕਠੂਆ ਦੇ ਹਨ। ਉਹਨਾਂ ਨੇ ਸਾਨੂੰ ਇਨਫਾਰਮ ਕੀਤਾ ਕਿ ਵੀਰ ਇੱਥੇ ਇੱਕ ਐਸਾ ਬੰਦਾ ਹੈ ਸਿੱਖ ਜਿਹੜਾ ਕਿ ਤੰਬਾਕੂ ਵੇਚਦਾ ਹੈ। ਔਰ ਸਾਨੂੰ ਬਹੁਤ ਸ਼ੌਕ ਲੱਗਿਆ। ਅਸੀਂ ਉਸ ਨੂੰ ਕਿਹਾ ਕਿ ਤੁਸੀਂ ਉਹਨੂੰ ਕੰਟੈਕਟ ਕਰੋ ਔਰ ਉਸ ਨੂੰ ਮਿਲੋ, ਉਹਨੂੰ ਬੋਲੋ ਕਿ ਇਹ ਸਿੱਖਾਂ ਦੇ ਸਿਧਾਂਤਾਂ ਦੇ ਖਿਲਾਫ ਹੈ, ਸਾਡੇ ਲਈ ਜੋ ਸੇਵਾ ਹੈ ਬੋਲੋ। ਉਹ ਬੰਦਾ ਕਹਿੰਦਾ ਹੈ ਕਿ ਜਨਾਬ ਮੈਂ ਚਾਹ ਦੀ ਦੁਕਾਨ ਕਰਦਾ ਹਾਂ ਤੇ ਅਗਰ ਲੋਕ ਮੇਰੇ ਕੋਲ ਚਾਹ ਪੀਣ ਤਾਈਆਂ ਆਉਂਦੇ ਨੇ ਅਗਰ ਮੈਂ ਉਹਨਾਂ ਨੂੰ ਤੰਬਾਕੂ ਵੀ ਪ੍ਰੋਵਾਈਡ ਕਰਾਂ। ਤੇ ਅਸੀਂ ਉਹਨੂੰ ਕਿਹਾ ਕਿ ਤੂੰ ਸਾਡੇ ਲਈ ਜਿਹੜੀ ਸੇਵਾ ਹੈ ਦੱਸ, ਲੇਕਿਨ ਇਹ ਕੰਮ ਨਹੀਂ ਕਰਨਾ। ਉਹਨੇ ਕਿਹਾ ਕਿ ਮੈਂ 7-8 ਹਜ਼ਾਰ ਰੁਪਏ ਦਾ ਮੇਰਾ ਸਮਾਨ ਹੈ, ਉਹਦੇ ਬਾਅਦ ਇਹ ਸਭ ਕੁਝ ਹੈ, ਮੈਂ ਕਿਸ ਤਰ੍ਹਾਂ ਬੰਦ ਕਰ ਦਿਆਂ। ਅਸੀਂ ਉਹਨੂੰ ਕਿਹਾ ਕਿ ਤੂੰ ਸਾਰਾ ਸਮਾਨ ਸਾਨੂੰ ਦੇ, ਅਸੀਂ ਉਹਦੇ ਬਦਲੇ ਪੈਸੇ ਦੇਵਾਂਗੇ। ਸਿੱਖ ਟੀਮ ਦੇ ਜਿਹੜੇ ਵਲੰਟੀਅਰਸ ਹੈ ਲਖਵਿੰਦਰ ਸਿੰਘ ਔਰ ਇੱਥੇ ਆਏ ਦੇ ਨੇ, ਉਹਨਾਂ ਨੇ ਮਿਲ ਕੇ ਉਹਦਾ ਸਾਰਾ ਸਮਾਨ ਖਰੀਦ ਕੇ ਉੱਥੇ ਹੀ ਅੱਗ ਲਾ ਛੱਡੀ ਤੇ ਉਹਨੂੰ 7,000 ਰੁਪਏ ਕੈਸ਼ ਦੇ ਦਿੱਤਾ। ਉਹਦੇ ਇਲਾਵਾ ਉਸ ਨੂੰ ਜਿਹੜਾ ਹੈ ਚਾਹ ਦੇ ਨਾਲ ਰੋਟੀ ਪਾਣੀ ਦਾ ਜਾਂ ਉਹਦਾ ਜੋ ਵੀ ਖਰਚਾ ਸੀ ਜੋ ਵੀ ਹੈ ਉਹ ਸਿੱਖ ਟੀਮ ਨੇ ਚੁੱਕਿਆ ਹੈ। ਔਰ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਜਿਹੜਾ ਹੈ ਇਹ ਕੰਮ ਨਹੀਂ ਕਰਾਂਗੇ। ਉਹਦੇ ਬੱਚਿਆਂ ਨੇ, ਉਹਦੀ ਫੈਮਲੀਆਂ ਨੇ ਕਮਿਟਮੈਂਟ ਕੀਤੀ ਔਰ ਅਸੀਂ ਪਤਾ ਵੀ ਕੀਤਾ ਕਿ ਉਹਨਾਂ ਨੇ ਦੁਬਾਰਾ ਕੰਮ ਨਹੀਂ ਕੀਤਾ ਹੈ। ਕਹਿਣੇ ਦਾ ਮਤਲਬ ਇਹ ਹੈ ਕਿ ਕੋਵਿਡ ਦੇ ਦੌਰਾਨ ਜਾਂ ਉਸ ਤੋਂ ਪਹਿਲੇ ਅਗਰ ਅਸੀਂ ਬੜੀ ਸੰਸਥਾਵਾਂ ਨੂੰ ਡੋਨੇਸ਼ਨ ਜਾਂ ਕੁਝ ਹੋ ਦਿੰਦੇ ਹਾਂ, ਆਪਣੇ ਆਸ ਪੜੋਸ ਵਿੱਚ ਵੀ ਸਾਨੂੰ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਕੋਈ ਆਪਣਾ ਸਿੱਖ ਵੀਰ ਭੁੱਖਾ ਤੇ ਨਹੀਂ ਹੈ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਔਰ ਜਿੰਨੇ ਵੀ ਇੱਥੇ ਆਏ ਦੇ ਹਨ ਮੈਂ ਉਹਨਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦਾ, ਮੈਂ ਕੋਈ ਸਟੋਰੀ ਜਾਂ ਕਹਾਣੀ ਨਹੀਂ ਸੁਣਾ ਰਿਹਾ। ਤੁਸੀਂ ਸਾਡੀ ਵੈਬਸਾਈਟ ਵਿੱਚ ਸਿੱਖ ਟੀਮ ਫੇਸਬੁੱਕ ਤੇ ਜਾ ਕੇ ਸਰਚ ਕਰ ਸਕਦੇ ਹੋ। ਇਹਦੇ ਇਲਾਵਾ ਤੁਹਾਨੂੰ ਹਜ਼ਾਰਾਂ ਚੀਜ਼ਾਂ ਐਸੀਆਂ ਮਿਲਣਗੀਆਂ, ਅਗਰ ਮੈਂ ਉੱਥੇ ਉਹ ਸਾਰੀਆਂ ਸੁਣਾਉਣ ਲੱਗਿਆ ਤੇ ਸ਼ਾਇਦ ਮੈਨੂੰ 2 ਦਿਨ ਦਾ ਸਮੇਂ ਵੀ ਘੱਟ ਹੈ। ਤੇ ਲਿਹਾਜ਼ਾ ਤੁਸੀਂ ਸਾਡੀ ਵੈਬਸਾਈਟ ਵਿੱਚ ਜਾ ਕੇ ਉਹ ਸ਼ੋਰਟੀ ਆਪਣਾ ਜਿਹੜਾ ਕਨਫਰਮ ਕਰ ਸਕਦੇ ਹੋ। ਉਸ ਤੋਂ ਇਲਾਵਾ ਸਾਨੂੰ ਅਸੀਂ ਦੇਖਿਆ ਹੈ ਕਿ ਡੀਜੀਪੀਸੀ ਦੇ ਵੀ ਇੱਧਰ ਆਏ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿਉਂਕਿ ਸਿੱਖ ਜਿਹੜਾ ਹੈ ਉਹ ਆਪਣੀ ਆਵਾਜ਼ ਹਮੇਸ਼ਾ ਬੁਲੰਦ ਹੀ ਰੱਖੇਗਾ ਔਰ ਆਪਣੇ ਸਿੱਖਾਂ ਦੀ ਗਲਤੀਆਂ ਜ਼ਰੂਰ ਦੱਸਣੀ ਚਾਹੀਦੀਆਂ। ਔਰ ਮੈਂ ਡੀਜੀਪੀਸੀ ਦੇ ਮੈਂਬਰਾਂ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਸਮਾਗਮ ਵਿੱਚ ਗੁਰਦੁਆਰੇ ਸਾਹਿਬ ਜਾਂ ਗੁਰਪੁਰਬ ਵਿੱਚ ਮਨਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਮੱਥਾ ਟੇਕਣ ਜਾਂਦੇ ਆ ਤੇ ਅੱਗੇ ਉਹੀਓ ਆਗੂ ਸਟੇਜਾਂ ਤੇ ਬੈਠੇ ਹੁੰਦੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਤੁਹਾਡੀ ਦੀਆਂ ਕੱਢਦੇ ਪਏ ਹਨ, ਜਿਹੜੇ ਤੁਹਾਨੂੰ ਥੱਲੇ ਲਾਉਂਦੇ ਪਏ ਹਨ, ਜਿਹੜੀ ਪੰਜਾਬੀ ਲੈਂਗੁਏਜ ਨਹੀਂ ਇੰਪਲੀਮੈਂਟ ਕਰਦੇ, ਜਿਹੜੇ ਤੁਹਾਨੂੰ ਬਿਲਕੁਲ ਜ਼ੀਰੋ ਕਰਦੇ ਪਏ ਹਨ, ਤੁਸੀਂ ਉਹਨਾਂ ਨੂੰ ਹੀ ਸਟੇਜਾਂ ਸ਼ੇਅਰ ਕਰਦੇ ਪਏ ਹੋ। ਤੁਸੀਂ ਉਹਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਸਾਡੇ ਨਾਲ ਗਲਤ ਕਰੋ ਲੇਕਿਨ ਅਸੀਂ ਤੁਹਾਡੇ ਨਾਲ ਹਾਂ, ਇਹ ਬਹੁਤ ਗਲਤ ਹੈ। ਦੂਸਰੀ ਗੱਲ, ਸਾਡੇ ਕਿਸਾਨਾਂ ਨੇ 600-700 ਦੇ ਵਿੱਚ ਕੁਰਬਾਨੀਆਂ ਦਿੱਤੀਆਂ। ਦਿਨ ਰਾਤ ਸਾਰਿਆਂ ਨੇ ਸੋਸ਼ਲ ਮੀਡੀਆ 'ਚ ਦੇਖਿਆ ਹੈ ਕਿ ਉਹਨਾਂ ਨੇ ਬਾਰਿਸ਼ ਪਾਣੀ ਉਹਨਾਂ ਦਾ ਬਿਜਲੀ ਕੱਟ ਦਿੱਤਾ ਗਿਆ, ਮਾਰਿਆ ਗਿਆ, ਟੀਅਰ ਗੈਸ ਗੋਲੇ, ਆਂਸੂ ਗੈਸ ਦੇ ਗੋਲੇ, ਵਾਟਰ ਕੈਨਨ ਸਭ ਕੁਝ ਹੋਣਾ ਗਿਆ, ਲੇਕਿਨ ਉਹ ਕਦੇ ਪਿੱਛੇ ਨਹੀਂ ਹਟੇ, ਕੁਰਬਾਨੀਆਂ ਕੀਤੀਆਂ ਔਰ ਗਵਰਨਮੈਂਟ ਆਫ ਇੰਡੀਆ ਨੂੰ ਥੱਲੇ ਲਾ ਛੱਡਿਆ। ਇਹ ਜਜ਼ਬਾ ਹੋਣਾ ਚਾਹੀਦਾ। ਤੁਸੀਂ ਸਾਡੇ ਆਗੂ ਹੋ, ਤੁਸੀਂ ਜਿੱਤੇ ਦੇ ਕੈਂਡੀਡੇਟ ਹੋ, ਤੁਸੀਂ ਵੀ ਅਗਰ ਉਹਨਾਂ ਦੀ ਤਰ੍ਹਾਂ ਸੜਕਾਂ ਪਰ ਆਉਂਦੇ ਤੇ ਇਹ ਜਿਹੜੀ ਸੰਗਤ ਸਾਰੀ ਆਈ ਦੀ ਹੈ ਤੁਹਾਡੇ ਪਿੱਛੇ ਚੱਲ ਪੈਂਦੀ ਔਰ ਅਸੀਂ ਉਹਨਾਂ ਕੋਲੋਂ ਇਹ ਚੀਜ਼ਾਂ ਲੈ ਸਕਦੇ ਸਾਂ। ਲੇਕਿਨ ਤੁਸੀਂ ਖਾਲੀ ਡੈਜ਼ਿਗਨੇਸ਼ਨ ਲੈ, ਤੁਸੀਂ ਖਾਲੀ ਆਪਣੇ ਅਹੁਦੇ ਲੈ, ਸਿੱਖਾਂ ਵਾਸਤੇ ਕੁਝ ਨਹੀਂ ਕੀਤਾ। ਉਹ ਸਿੱਖ ਕਮਿਊਨਿਟੀ 'ਚ
बहुत बड़ा रोष है इहदे बारे च। और एक चीज मैं और इत्थे कहना चाहता कि इत्थे मान साहब जी भी आए दिन और सिख टीम जिहड़ा है मान साहब जी का बहुत आदर सत्कार करती है और सारिਆਂ ਨੂੰ ਇਹ ਕਹਿੰਦੀ है कि महान योग महंत मनजीत सिंह साहब जी भी बहुत ही आदर दे ਲਈ है, क्योंकि ਉਹਦਾ रीजन मैं ਤੁਹਾਨੂੰ ਦੱਸਣਾ ਚਾਹता है कि ਅੱਜ ਤੋਂ 20-25 ਸਾਲ ਪਹਿਲੇ सिख कम्युनिटी मैक्सिमम ट्रक ड्राइवर सी, ट्रकों से चलाते सन। उसलिए मान साहब जी ने एक कॉलेज जिहड़ा है MBS कॉलेज जिहड़ा बनाया है, उस कॉलेज दे विच हर साल सिखां दा कोटा है 40% सिख कम्युनिटी के लोग जिहड़े हैं वो उत्थों इंजीनियरिंग करके अपने परिवारों का फर्स्ट क्लास पालन पोषण करते हैं। कहने का मतलब यह है कि जम्मू कश्मीर दे विच अगर किसी ने कोई काम किया है या सिक्खी नूं अगे मजबूत किया है तो वह मान साहब जी ही हैं, इसकी कोई दो राय नहीं है। और मान साहब जी ने उन मेडिकल कॉलेज की भी इनॉग्रेशन की है। वाहिगुरु मेहर करन और जल्दी ही मेडिकल कॉलेज भी शुरू हो जाए और जिहड़ा है सिखां दे 30% या 40% जो भी गवर्नमेंट का टाई अप होएगा सिख कम्युनिटी के लोग डॉक्टर ते इंजीनियर भी बनणगे। लिहाजा सिख कम्युनिटी नूं सिक्खी नूं अगे ले जाने वास्ते सिखां दा मार्गदर्शन करने वास्ते सिखां नूं चढ़दी कला वास्ते मान साहब जी दे नाल मोढे दे नाल मोढा जोड़ के चलना चाहिए है और उन्हां दा मार्गदर्शन लेना चाहिए है। मेरे को समा बड़ा घट है क्योंकि गल्लां ते होर भी बहुत हैं, लेकिन समा घट होने कारण मैं अपनी सारी सिख टीम नूं वॉलंटियर्स नूं ਇਹ ਚੀਜ਼ ਕਹਿੰਦਾ ਹੈ ਕਿ ਉਹ ਸਟੇਜ ਤੇ ਆ ਜਾਣ। ਅਸੀਂ ਮਾਨ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਔਰ ਉਹਨਾਂ ਬੱਚਿਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦਾ ਹਾਂ और नाल ही एक अपील भी करना चाहता हाँ कि बाहर साडा एक स्टेज के बाहर जिहड़ा है एक वो लग्या है इश्तिहार, उहदे पर सिख टीम का असी सारी पूरी डिटेल लिखी दी है। कोई भी गुरसिख वीर अपनी कोई डोनेशन अपने सिख वीरां तक पहुंचाना चाहता है, गरीब सिख परिवारों की मदद करना चाहता है तो उस वैबसाइट के उपर साडा फोन नंबर भी है, कंटैक्ट कर सकता है। सिख टीम की जिहड़ी वैबसाइट है वो पूरी ही डिजिटल है, उहदे च कोई एक पैसे का भी हेर फेर नहीं हो सकता। और जिहड़ा भी बंदा किसी अपने गुरसिख वीर नूं मदद करना चाहता है उसनूं एक रिसिप्ट दी जाती है, प्लस उस फैमिली का पूरा बायोडाटा प्रोवाइड किया जाता है कि तुसीं जाके कन्फर्म भी कर सकते हो। बाकी कई गल्लां कहते हुए या अपनी गल्लां रखते हुए मेरे को बेअंत भुलां चुका गलतियां होई होईयां, तुसीं बच्चा समझ के माफ कर दिओ। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जो सिख टीम साढ़े पास आज पहुंचे ने, सरदार संदीप सिंह ने अपने जो विचार रखे ने तो मानजो मान साहब जी को सन्मानित करना चाहते हैं, गुरुद्वारा प्रबंधक कमेटी के भी कुछ मैंबरों को भी सन्मानित करना चाहते हैं, बच्चों को भी सन्मानित करना चाहते हैं। महापुरुषों को तलवार नाल सम्मानित करना चाहते हैं ताकि जेडे सिख कम्युनिटी की ब्लैक शिपा काली भेडा उन्होंने इो ही चाहिए है। बोलो सोनिहाल। उन्हें रिक्वेस्ट करता हाँ कि जी ये गुरुद्वारा प्रबंधक कमेटी है वो भी स्टेज पे आ जाए, क्योंकि उन्होंने बहुत अच्छा उपराला किया है। 30-40 बच्चों को जिहड़ा उन्होंने गुरसिखी वाले पासे पंजाबी नाल और कीर्तन नाल जोड़िया है और गुरु ग्रंथ साहब जी नाल जोड़िया है। तो जिहड़ी भी कमेटी मैंबर्स हैं वो कृपा करके स्टेज पे आ जाए। सब तो पहले सरदार जगमोहन सिंह जी प्रेसिडेंट में उन्होंने रिक्वेस्ट करांगा वो आ जान।
ਹੁਣ मैं रिक्वेस्ट करना चाहूंगा डॉक्टर सुजीत सिंह जी रैना जनरल सैकटरी वो आ जान। ਹੁਣ मैं रिक्वेस्ट करांगा डॉक्टर हरभजन सिंह जी सीनियर वाइस प्रेसिडेंट वो आ जान। ਹੁਣ मैं रिक्वेस्ट करांगा सरदार जगवीर सिंह जी वाइस प्रेसिडेंट। सरदार कुलदीप सिंह जी जॉइंट सैकटरी। और बीबी जसविंदर कौर जी जिन्हों ने बच्चों को दिन रात एक करके पंजाबी लैंग्वेज और अपना बहुत बड़ा योगदान देता है। इन्हां से जोर नाल गज के फतेह जरूर बुलाओ। बीबी जसविंदर कौर जी पंजाबी लैंग्वेज की टीचर। बोले सोनिहार। वाहिगुरू जी का खालसा वाहिगुरू जी की फतेह। उन बच्चे सारे जिन्होंने पार्टिसिपेट किया सारे इकट्ठे ही आ जाए स्टेज पे। वाहिगुरू जी का खालसा वाहिगुरू जी की फतेह। सिख कौम जब तो होंदी चाही है उस समय तो ही लैके जबर अते जुल्म के विरुद्ध अपनी आवाज बुलंद करती रही है अते इस जुल्म अते जालम का मुंह बंद करने लिए हमेशा यत्नशील रही है। सिख इतिहास उन्होंने शहीदों की लासानी कुर्बानी ਨਾਲ ਭਰਿਆ ਪਿਆ ਹੈ जिन्हों ने आजादी धार्मिक आजादी का झंडा बुलंद रखने और अत्याचारों का टकरा करने लिए अपनी जाना वारियां। सिख इतिहास है ही शहीदों का इतिहास। असी रोज अरदास उन्होंने शहीदों और महापुरुषों को याद करते हाँ जिन्हों की कुर्बानी सदका अज साडी कौम का सिर उच्चा है अते नाल ही हिंदुस्तान और सिख पंथ की आन बान और शान भी बुलंद है। शहीदी जड़े ने
ਖੇੜੇ ਮੱਥੇ ਬੰਨ ਕਟਵਾ ਲੈਂਦੇ ਨੇ, ਖੋਪੜੀਆਂ ਲਵਾ ਲੈਂਦੇ ਨੇ, ਉਬਲੀ ਦੇਲਾਂ ਵੀ ਬਿਠਾਏ ਜਾਂਦੇ ਨੇ, ਪੁੰਨਾ ਹੋ ਜਾਂਦੇ ਨੇ, ਖੋਪੜੀਆਂ ਲਵਾ ਲੈਂਦੇ ਨੇ, ਚਿੜਦੇ ਨੇ, ਡਰਦੇ ਨੇ, ਸੰਗੂ ਸਿਰ ਤਲੀ ਉੱਤੇ ਰੱਖ ਕੇ ਮੈਦਾਨੇ ਜੰਗ ਵਿੱਚ ਲੜਦੇ ਰਹਿੰਦੇ ਨੇ। ਸਾਨੂੰ ਆਪਣੇ 10 ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਤੇ ਫਖਰ ਹੋਣਾ ਚਾਹੀਦਾ ਹੈ ਕਿ ਜਿਵੇਂ ਜਦੋਂ ਵੀ ਸਮੇਂ ਅਨੁਸਾਰ ਲੋੜ ਪਈ ਤਾਂ ਸਾਡੇ ਗੁਰੂਆਂ ਨੇ ਅਤੇ ਸਿੰਘਾਂ ਸਿੰਘਾਂ ਨੇ ਦੇਸ਼ ਅਤੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਮਾਰੀਆਂ। ਸਭਾ ਮਾਨ ਸਾਹਿਬ ਜੀ ਨੂੰ 10 ਖਿਮਰ ਦਾ ਜੱਜ ਕਿ ਇਸ ਵਾਰ ਪਿਛਲੀ ਵਾਰ ਵੀ ਇਸ ਤਰ੍ਹਾਂ ਹੋ ਗਿਆ ਸੀ, तो इस बार थोड़ा समय ज़्यादा हो गया क्योंकि बच्चों का जो प्रोग्राम थोड़ा लंबा हो गया, इस करके थोड़ा समय जो कर टाइम से जो नहीं हो सकिया, तो मैं मान साहब जी को माफ़ी मांगता हाँ। एक 1695 लड़ा दिन के है पुरजा पुरजा कट मरा कबू ना चाड़ा खेत शहीदी दिवस बाबा बंदा सिंह बहादुर सेवादार सभा ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 25 ਦਸੰਬਰ 2021 ਦਿਨ ਸ਼ਨੀਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰੀਪੁਰ ਜੰਮੂ ਵਿਖੇ ਸਜਾਇਆ ਜਾਏਗਾ, ਜਿਸ ਵਿੱਚ ਸਥਾਨਕ ਰਾਗੀ ਜਥੇ ਅਤੇ ਪ੍ਰਚਾਰਕ ਰਸ ਕੀਰਤਨ ਨਾਲ ਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਆ ਕੇ ਸ਼ਹੀਦੀ ਦਿਹਾੜੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। महला तीजा आनंद एक ओंकार सतगुरु प्रसाद, आनंद पिया मेरी माए सतगुरु मैं पाया, सतगुरु का पाया सैद सखी मन बचिया गोदान, मैया शब्द का मैदान, शब्दों का मोहरे मेरा मन की वसाया, नानक आनंद हुआ सतगुरु मैं पाया, हे मन मेरे जातो सदा मेरे गुण सब विस्तार, मारो करे तेरा बात सब स्वार, नाना समरथ स्वामी सोचो विस्तार, जय नानक मन मेरे सदा नहीं करते करता मेरा तेरे सुभाव सदा सुख सदा तेरी नाम मन वसाए, नाम मिलता मन बसिया बाजे शब्द नानक सच्चे प्यार नहीं करते सच्चा नाम मेरा आधार, साधना मेरा जाल मेरा जिन उठा सब मान, आई जिन इच्छा सब सदा कुर्बान किया गुरु